ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਗਤ ਸਕਸੈਨਾ ਪੰਜਾਬੀ ਖਬਰਾਂ ਵੇਖ ਰਹੇ ਆਪ ਸਭ ਦਾ ਸਵਾਗਤ ਕਰਦੇ ਹਾਂ। ਖਬਰਾਂ ਸ਼ੁਰੂਆਤ ਤੋਂ ਪਹਿਲਾਂ ਜਿਹੜੇ ਹੈਡਲਾਈਨਸ ਤੇ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਹੋਈ ਬੈਠਕ। ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਲਈ ਤਿਆਰ, ਪਰ ਕਿਸਾਨ ਕਾਨੂੰਨ ਵਾਪਸ ਲੈਣ ਦੀ ਮੰਗ ਤੇ ਅੜੇ। ਖੇਤੀ ਕਾਨੂੰਨਾਂ ਦੀ ਮੁਖਲਾਫਤ ਲਗਾਤਾਰ ਜਾਰੀ। ਪੰਜਾਬ ਦੇ ਕਈ ਹਿੱਸਿਆਂ ਵਿੱਚ ਖੇਤੀ ਕਾਨੂੰਨਾਂ ਖਿਲਾਫ ਰੋਸ ਮੁਜ਼ਾਹਰੇ। ਪੰਜਾਬ ਵਿੱਚ ਪਿਛਲੇ 24 ਘੰਟੇ ਦੌਰਾਨ ਕੋਰੋਨਾ ਕਾਰਨ 20 ਮੌਤਾਂ ਹੋਈਆਂ। 762 ਨਵੇਂ ਕੇਸ ਆਏ ਸਾਹਮਣੇ। ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 7,724। ਹੁਣ ਖਬਰਾਂ ਵਿਸਥਾਰ ਨਾਲ। 3 ਕੇਂਦਰੀ ਖੇਤੀ ਕਾਨੂੰਨਾਂ ਨੂੰ ਮਨਸੂਖ ਕਰਾਉਣ ਲਈ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਚੌਥੇ ਗੇੜ ਦੀ ਗੱਲਬਾਤ ਇੱਕ ਵਾਰ ਫਿਰ ਕਿਸੇ ਤਣ ਪਤਣ ਨਹੀਂ ਲੱਗ ਪਈ ਹੈ। ਦੋਵੇਂ ਧਿਰਾਂ ਅਗਲੇ ਗੇੜ ਦੀ ਗੱਲਬਾਤ ਲਈ 5 ਦਸੰਬਰ ਨੂੰ ਦੁਪਹਿਰੇ 2 ਵਜੇ ਇਕੱਠੀਆਂ ਹੋਣਗੀਆਂ। ਇੱਥੇ ਵਿਗਿਆਨ ਭਵਨ ਵਿੱਚ 8 ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਸਰਕਾਰ ਨੇ ਕਿਸਾਨ ਆਗੂਆਂ ਵੱਲੋਂ ਖੇਤੀ ਕਾਨੂੰਨਾਂ ਬਾਰੇ ਜਤਾਏ ਖਦਸ਼ਿਆਂ ਨੂੰ ਇੱਕ-ਇੱਕ ਕਰਕੇ ਸੁਣਿਆ ਅਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਬਾਰੇ ਤੋਕਲੀਆਂ ਇਤਰਾਜ਼ਾਂ ਨੂੰ ਦੂਰ ਕਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨਾਲ ਮੀਟਿੰਗ ਸਾਜ਼ਗਾਰ ਮਾਹੌਲ ਵਿੱਚ ਹੋਈ। ਉਹਨਾਂ ਆਸ ਜਤਾਇਆ ਕਿ 5 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਫੈਸਲਾਕੁਨ ਹੋਵੇਗੀ। ਤੋਮਰ ਨੇ ਕਿਹਾ ਕਿ ਮੀਟਿੰਗ ਦੋਸਤਾਨਾ ਮਾਹੌਲ ਵਿੱਚ ਹੋਈ ਹੈ। ਇਸ ਦੌਰਾਨ ਕੁਝ ਨੁਕਤੇ ਉੱਭਰ ਕੇ ਸਾਹਮਣੇ ਆਏ ਜਿਨ੍ਹਾਂ ਨੂੰ ਲੈ ਕੇ ਕਿਸਾਨ ਫਿਕਰਮੰਦ ਨੇ। ਚੇਤੇ ਰਹੇ ਕਿ ਕਿਸਾਨਾਂ ਨੇ ਚੇਤਾਵਨੀ ਜਾਰੀ ਕੀਤੀ ਹੋਈ ਹੈ ਕਿ ਇਹ ਸਰਕਾਰ ਕੋਲ ਆਖਰੀ ਮੌਕਾ है कि वो संसद का विशेष इजलास सद के इन्हें विवादित खेती विरोधी है, कैसे जनता के विरोध में है, ये हमने उनको बताया। उन्होंने भी कुछ आधा घंटा अपनी बात रखी। रखने के बाद उन्होंने सोचा कि उन्होंने रखा कि हम इन कानूनों में आपके किसान के पक्ष में कुछ नई तब्दीली कर सकते हैं, कुछ चेंज कर सकते हैं। फिर उन्होंने कहा कि एमएसपी रजीम जो है इसको हम गारंटी कर सकते हैं, एमएसपी और प्रोक्योरमेंट का। फिर उन्होंने ये जो पोल्यूशन एक्ट है इसको भी किसान हटा सकते हैं, खेती को हटा सकते हैं, और पावर बिल 2020 को भी हम ख़त्म कर सकते हैं। तो इसके बाद आया बिलों एक्ट्स के बारे में। एक्ट्स के बारे में हमें इतना ही कहा। उन्होंने कहा कि कुछ संशोधन कर सकते हैं हम, जैसे लैंड को कैसे बचाया जाए, ऐसे जो सुरक्षा एसडीएम से हटा के कोर्ट में जाया जाए, या कॉन्ट्रैक्ट है जो वॉलंटरी हो, ऐसे ऐसे। तो इसके लिए हमने कहा कि ये हमें मंजूर नहीं है, हमें तो जो एक्ट्स है एक्ट्स का रिपील होना चाहिए। और हमने उसको फिर फाइनली ये तय किया कि उन्होंने कि कल मीटिंग रख रहे थे, कल नहीं, हमने कहा हम कल अपना बैठक करेंगे, परसों दोबारा मीटिंग करेंगे। ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਗੜਸ਼ੰਕਰ ਦੇ ਚੰਡੀਗੜ੍ਹ ਚੌਕ ਵਿੱਚ ਮੋਦੀ, ਜੋਗੀ ਤੇ ਖੱਟਰ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੁਝ ਸਮੇਂ ਲਈ ਟ੍ਰੈਫਿਕ ਵੀ ਜਾਮ ਕੀਤਾ ਗਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਕਿਸਾਨ ਸਮੇਤ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਦਿੱਲੀ ਧਰਨੇ ਤੇ ਬੈਠੇ ਨੇ, ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਬਣਾਏ 3 ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਨੇ, ਉਹਨਾਂ ਦੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਖੇਤੀ ਕਾਨੂੰਨਾਂ ਦੀ ਮੁਖਲਾਫਤ ਲਗਾਤਾਰ ਜਾਰੀ ਹੈ। ਇੱਕ ਪਾਸੇ ਦਿੱਲੀ ਵਿੱਚ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਹੀ ਗੁਰਦਾਸਪੁਰ ਵਿੱਚ ਮਹਿਲਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕੇਸਰੀ ਚੁੰਨੀਆਂ ਲਈਆਂ ਹੋਈਆਂ ਸਨ। ਉਹਨਾਂ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਹੈ। ਅੰਦੋਲਨ ਵਿੱਚ ਕਿਸਾਨਾਂ ਤੋਂ ਬਿਨਾਂ ਹੋਰਾਂ ਦਾ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਤਹਿਤ 5 ਦਸੰਬਰ ਨੂੰ ਜਲੰਧਰ ਤੋਂ ਦਿੱਲੀ ਵੱਲ ਨੂੰ ਕਾਫਲਾ ਰਵਾਨਾ ਹੋਵੇਗਾ। ਕਰਤਾਰ ਸਿੰਘ ਨੇ ਕਿਹਾ ਕਿ ਤਕਰੀਬਨ 35 ਪਦਮ ਸ਼੍ਰੀ द्रोणाचार्य ਤੇ ਅਰਜੁਨਾ ਅਵਾਰਡ ਜਿੱਤਣ ਵਾਲੇ ਖਿਡਾਰੀਆਂ ਦੀ ਲਿਸਟ ਤਿਆਰ ਹੋ ਚੁੱਕੀ ਹੈ। ਕਰਤਾਰ ਸਿੰਘ ਨੇ ਕਿਹਾ ਕਿ ਪ੍ਰਗਟ ਸਿੰਘ ਵੀ ਸਾਡੇ ਨਾਲ ਜਾਣਗੇ। ਉਹਨਾਂ ਕਿਹਾ ਕਿ ਉਹ ਦਿੱਲੀ ਜਾ ਕੇ ਰਾਸ਼ਟਰਪਤੀ ਨੂੰ ਮਿਲ ਕੇ ਅਵਾਰਡ ਵਾਪਸ ਕਰਨਗੇ। ਕਰਤਾਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਰੀਬ 200 ਖਿਡਾਰੀਆਂ ਦਾ ਕਾਫਲਾ ਤੁਰੇਗਾ। ਖਿਡਾਰੀਆਂ ਦੀ 6 ਜਾਂ 7 ਦਸੰਬਰ ਨੂੰ ਰਾਸ਼ਟਰਪਤੀ ਨੂੰ ਮਿਲਣ ਦੀ ਯੋਜਨਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਹਿਮ ਮੀਟਿੰਗ ਕੀਤੀ ਹੈ, ਜਿਸ ਤੋਂ ਬਾਅਦ ਉਹਨਾਂ ਕਿਸਾਨੀ ਮਾਮਲੇ ਤੇ ਜਲਦ ਹੱਲ ਦੀ ਗੱਲ ਆਖੀ। ਉਧਰ ਇਸ ਮਾਮਲੇ ਨੂੰ ਲੈ ਕੇ ਬੀਜੇਪੀ ਆਗੂ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦਾ ਜੋ ਹਵਾਲਾ ਦਿੱਤਾ ਜਾ ਰਿਹਾ ਹੈ, ਉਸ ਬਾਰੇ ਤਾਂ ਬੀਜੇਪੀ ਲੰਮੇ ਸਮੇਂ ਤੋਂ ਆਖ ਰਹੀ ਹੈ ਕਿ ਕਿਸਾਨ ਅੰਦੋਲਨ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਤੇ ਕੈਪਟਨ ਸਾਹਿਬ ਹੁਣ ਸਮਝੇ ਨੇ। जो बात आज कैप्टन अमरिंदर सिंह जी कह रहे हैं, हम पिछले 3-3.5 महीने से उनको बार बार ये चेता रहे हैं कि कैप्टन जी आप अपने पंजाब का ही नुकसान नहीं कर रहे, जिसमें आप अपनी राजनीति ढूंढ रहे हो उसमें देश की सुरक्षा दांव पे लगा कर रहे हो। और सबसे बड़ी बात है कि आप पंजाब के मुख्यमंत्री और पंजाब की अर्थव्यवस्था के लिए आप सबसे बड़े घातक काम कर रहे हो। ये बार बार हमने उनको चेतावनी दी और ये बड़े दुख की बात है कि अगर ये 4 महीने पहले ये संभले होते तो देश की सुरक्षा भी ठीक होती और पंजाब की अर्थव्यवस्था भी ठीक होती, पंजाब के उद्योग भी ठीक होते, पंजाब का व्यापार भी ठीक होता। और हम पिछले 3 महीने 3.5 महीने से कह रहे हैं इस सब का काम का दोषी अगर कोई है तो वो कैप्टन अमरिंदर सिंह है और आज वो मगरमच्छ के आंसू बहाने के लिए केंद्र तक पहुंचा है। ਹਰਿਆਣਾ ਦੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਯੂ ਟਰਨ ਲੈ ਲਿੱਤਾ। ਨਵੇਂ ਬਿਆਨ ਵਿੱਚ ਕਿਸਾਨਾਂ ਦਾ ਗੁਣਗਾਨ ਕੀਤਾ ਅਤੇ ਮੋਦੀ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਖੇਤੀ ਬਿੱਲ ਕਿਸਾਨਾਂ ਦੇ ਹੱਕ ਵਿੱਚ ਨੇ ਅਤੇ ਇਹਨਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ। मैं ये कहना चाहता हूं कि किसान हमारा अन्नदाता है और इतनी बड़ी जनसंख्या का जो पोषण का काम हो रहा है, अगर भारत का किसान कड़ी मेहनत और लगन के साथ इतना उत्पादन ना करता तो आज भी पहले की भांति देश में भूखमरी की समस्या बनी रहती। हमने किसानों की आमदनी को दुगना करने का बीड़ा उठाया है और उसी दृष्टि से पहले 3 अध्यादेश लाए, फिर उनको कानूनी अमला जामा पहनाया गया और धीरे धीरे करके वो दिन दूर नहीं होगा जब किसानों की आमदनी 2 गुना हो जाएगी। इतना जरूर हुआ है कि किसानों की आड़ में जो बिचौलिए अपना धंधा चलाते थे, इन बिलों के कानून बनने से उनके धंधे चौपट हो गए हैं। ਹਾਈਕੋਰਟ ਸ਼ਹਿਰ ਵਿਖੇ ਨੂਰਾ ਮਾਹੀ ਟੈਕਸੀ ਯੂਨੀਅਨ ਅਤੇ ਵਾਈਗਰੂ ਟੈਕਸੀ ਯੂਨੀਅਨ ਦੇ ਟੈਕਸੀ ਆਪਰੇਟਰਾਂ ਨੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ 2 ਦਿਨ ਲਈ ਆਪਣੀਆਂ ਟੈਕਸੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉੱਥੇ ਟੈਕਸੀ ਯੂਨੀਅਨਸ ਦੇ ਕੁਝ ਨੁਮਾਇੰਦੇ ਦਿੱਲੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਰਾਏਕੋਟ ਤੋਂ ਰਵਾਨਾ ਹੋਏ ਨੇ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੀ ਹਰ ਇੱਕ ਨੂੰ ਹਮਾਇਤ ਕਰਨੀ ਚਾਹੀਦੀ ਹੈ। केंद्र सरकार वालों बनाए गए खेती के काले कानूनों खिलाफ अपना रोष जाहिर कर रहे किसानी संघर्ष में शामिल बीबियां खिलाफ अपशब्द बोलने वाली फिल्मी अदाकार कंगना रनौत खिलाफ मंडी गोबिंदगढ़ के पुलिस थाना विखे स्थानक निवासियों वालों एक कंप्लेंट दर्ज करवाई गई है। इस मौके पर शहर निवासियों वालों कंगना के खिलाफ एक रोस मार्च भी कढ़िया गया ते बीबियां ने भी कंगना रनौत वालों उन्होंने खिलाफ वरते गए अपशब्दों की निखेधी की। उधर दूसरे पासे श्रोमणी अकाली दल के बुलारे एडवोकेट अमरदीप सिंह धारनी ने कहा है कि जेकर कंगना रनौत ने बीबियां खिलाफ अपशब्द बोलने बारे गलती ना मनी तो उन्होंने खिलाफ एक कानूनी नोटिस भेजा जाएगा ते माणयोग अदालत विच केस दायर किया जाएगा। ਅੱਜ ਪਿਛਲੇ ਦਿਨਾਂ ਦੇ ਵਿੱਚ ਜੋ ਕੰਗਨਾ ਰਣੌਤ ਨੇ ਇੱਕ ਬਹੁਤ ਹੀ ਵਿਵਾਦਤ ਟਿੱਪਣੀ ਜਿਹੜੀ ਹੈਗੀ ਆ ਪੰਜਾਬ ਦੀਆਂ ਮਾਤਾਵਾਂ ਨੂੰ ਲੈ ਕੇ ਕੀਤੀ ਹੈ, ਉਸ ਦਾ ਜਿਹੜਾ ਹੈਗਾ ਸਾਰੇ ਸਿੱਖ ਜਗਤ ਨੂੰ ਔਰ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਬਹੁਤ ਹੀ ਵੱਡਾ ਧੱਕਾ ਲੱਗਿਆ। ਕਿਸਾਨ ਦੂਸਰੇ ਨੂੰ ਜਿਹੜਾ ਹੈਗਾ ਅੰਨ ਦੇਣ ਵਾਲਾ ਬੰਦਾ, ਲੰਗਰ ਲਗਾਉਣ ਵਾਲਾ ਬੰਦਾ ਔਰ ਦੂਸਰੇ ਦਾ ਢਿੱਡ ਭਰਨ ਵਾਲਾ ਬੰਦਾ, ਜੇ ਉਸ ਦੀ ਮਾਂ ਨੂੰ ਹੀ ਇਹ ਸ਼ਬਦ ਕਹਿ ਦਿੱਤੇ ਜਾਣ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਮਾਤਾਵਾਂ ਜਿਹੜਾ ਹੈਗਾ 100-100 ਰੁਪਏ ਨੂੰ ਆਉਂਦੀਆਂ। ਔਰ ਇਹ ਮੈਂ ਇੱਕ ਹੋਰ ਦੱਸਣੀ ਚਾਹੁੰਦਾ ਕਿ ਉਹ ਮਾਤਾ ਜਿਹੜੀ ਹੈਗੀ ਆ ਉਹ ਲੰਬੜਦਾਰ ਪਰਿਵਾਰ ਦੀ ਆ ਔਰ ਲੰਬੜਦਾਰ ਜਿਹੜਾ ਅਪੁਆਇੰਟਡ ਬਾਈ ਦਾ ਡਿਪਟੀ ਕਮਿਸ਼ਨਰ ਹੁੰਦਾ। ਸੋ ਇਸ ਚੀਜ਼ ਦਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਐਡਵੋਕੇਟਸ ਵੱਲੋਂ, ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਬਹੁਤ ਸਾਰੀਆਂ ਉਹਨੂੰ ਲੀਗਲ ਨੋਟਸ ਵੀ ਦਿੱਤੇ ਗਏ, ਵਰਬਲ ਵੀ ਕਿਹਾ ਗਿਆ।
ਪੰਜਾਬ ਵਿੱਚ ਪਿਛਲੇ 24 ਘੰਟੇ ਦੌਰਾਨ ਕੋਰੋਨਾ ਕਾਰਨ 20 ਮੌਤਾਂ ਹੋਈਆਂ ਨੇ, ਜਦੋਂ ਕਿ 762 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 7,724 ਹੋ ਗਈ ਹੈ, ਜਦੋਂ ਕਿ ਸੂਬੇ ਵਿੱਚ ਹੁਣ ਤੱਕ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 15,40,064 ਹੋ ਗਈ ਹੈ, ਜਦੋਂ ਕਿ 1,41,478 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਨੇ। ਪਟਿਆਲਾ ਸ਼ਹਿਰ ਦੇ ਪੋਸ਼ ਇਲਾਕਾ ਮੋਤੀ ਬਾਗ ਗੁਰਦੁਆਰਾ ਸਾਹਿਬ ਨਜ਼ਦੀਕ ਲੋਕਾਂ ਵੱਲੋਂ ਸੜਕ ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਇਹਨਾਂ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹ ਨਾਜਾਇਜ਼ ਕਬਜ਼ਾ ਹਟਾ ਲੈਣ, ਅਤੇ ਜਦੋਂ ਉਹਨਾਂ ਨਹੀਂ ਹਟਾਇਆ ਤਾਂ ਅਸੀਂ ਜੀਸੀਬੀ ਦੀ ਮਦਦ ਨਾਲ ਨਾਜਾਇਜ਼ ਉਸਾਰੀ ਢਾਹ ਦਿੱਤੀ ਹੈ। ਬੀਤੇ ਦਿਨ ਹੁਸ਼ਿਆਰਪੁਰ ਦੇ IVY ਹਸਪਤਾਲ ਦੇ ਇੱਕ ਵਾਰ ਫਿਰ ਤੋਂ ਇਲਾਜ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਲੱਗੇ ਨੇ, ਤੇ ਇਸ ਵਾਰ ਮਹਿਲਾ ਮਰੀਜ਼ ਦੀ ਮੌਤ ਦਾ ਕਾਰਨ ਡਾਕਟਰਾਂ ਦੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਗਗਰੇਟ ਦੀ ਇੱਕ 55 ਸਾਲਾ ਸੁਨੀਤਾ ਰਾਣੀ ਮਹਿਲਾ, ਜਿਹੜੀ ਕਿ ਸਾਹ ਦੀ ਦਿੱਕਤ ਕਾਰਨ ਉਕਤ ਹਸਪਤਾਲ ਵਿੱਚ ਇਲਾਜ ਵਾਸਤੇ ਆਈ ਸੀ, ਬੀਤੇ ਦਿਨੀ ਭੇਤਭਰੀ ਹਾਲਤ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਅੱਜ ਪਰਿਵਾਰ ਨੇ ਉਸ ਦੀ ਡੈਡ ਬੋਡੀ ਨਾ ਦੇਣ ਤੇ ਹੰਗਾਮਾ ਕਰ ਦਿੱਤਾ। ਸੰਪਰਦਾਇ ਜਥਾ ਭਿੰਡਰਾਂ ਦੇ ਮੁਖੀ ਸੰਤ ਗਿਆਨੀ ਮੋਹਨ ਸਿੰਘ ਸੱਚਖੰਡ ਪਿਆਨਾ ਘਰ ਗਏ ਨੇ। ਉਹਨਾਂ ਦੇ ਅੰਤਿਮ ਅਰਦਾਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਮੌਜੂਦ ਰਹੇ। ਦੱਸ ਦੇਈਏ ਕਿ ਬਾਬਾ ਮੋਹਨ ਸਿੰਘ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਤੋਂ ਬਾਅਦ ਦਮਦਮੀ ਟਕਸਾਲ ਦੇ ਮੁੱਖ ਕੇਂਦਰ ਗੁਰਦੁਆਰਾ ਅਖੰਡ ਪ੍ਰਕਾਸ਼ ਸਾਹਿਬ ਭਿੰਡਰਾਂ ਕਲਾਂ ਵਿਖੇ ਸੰਤ ਗਿਆਨੀ ਮੋਹਨ ਸਿੰਘ ਸੇਵਾਵਾਂ ਨਿਭਾਉਂਦੇ ਆ ਰਹੇ ਸਨ, ਅਤੇ ਉਹਨਾਂ ਦੀ ਉਮਰ ਇਸ ਸਮੇਂ 102 ਸਾਲ ਸੀ। ਮੌਜੂਦਾ ਸਮੇਂ ਸਿੱਖ ਪੰਥ ਦੀਆਂ ਸਮੂਚੀਆਂ ਹੀ ਸੰਪਰਦਾਵਾਂ ਵਿੱਚ ਮਹਾਨ ਪੰਥਕ ਸ਼ਖਸੀਅਤਾਂ ਵਜੋਂ ਸਤਿਕਾਰੇ ਜਾਂਦੇ ਗਿਆਨੀ ਮੋਹਨ ਸਿੰਘ ਦਾ ਅਕਾਲ ਚਲਾਣਾ ਸਿੱਖ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸੰਸਾਰ ਦੇ ਵਿੱਚ ਜਿਨ੍ਹਾਂ ਨੇ ਲੰਬਾ ਸਮਾਂ ਸੇਵਾ ਸਿਮਰਨ ਦਾ ਕਮਾਈ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ, ਸ਼ਬਦ ਨਾਲ ਜੋੜਿਆ, ਉਹਨਾਂ ਨੇ ਹਮੇਸ਼ਾ ਹੀ ਸਾਦਗੀ ਵਾਲਾ ਜੀਵਨ ਜੀਆ, ਬੇਪਰਵਾਹ ਰਹਿ ਕੇ ਆਪਣੀ ਜ਼ਿੰਦਗੀ ਦੀ ਮੌਜ ਜਿਹੜੀ ਸੀ ਉਹ ਗੁਰੂ ਦੇ ਹੁਕਮ ਵਿੱਚ ਚਲਾਈ, ਔਰ ਸਾਰੀ ਸੰਗਤ ਨੂੰ ਕਿਰਤ ਕਰਨਾ, ਨਾਮ ਜਪਣਾ, ਵੰਡ ਕੇ ਛਕਣਾ, ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸੀ ਉਹਦੇ ਉੱਤੇ ਚੱਲਣ ਵਾਸਤੇ ਉਪਦੇਸ਼ ਦਿੱਤੇ। ਆਪ ਵੀ ਕਿਰਤ ਕੀਤੀ, ਆਪ ਵੀ ਹੱਥਾਂ ਨਾਲ ਸੇਵਾ ਕੀਤੀ। ਇਹ ਸਾਰੀਆਂ ਲੋਕਾਂ ਦੀਆਂ ਵਡਿਆਈਆਂ ਜਿਹੜੀਆਂ ਉਹ ਇਸੇ ਕਰਕੇ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਨਮੁਖ ਰੱਖਿਆ, ਸ਼ਬਦ ਗੁਰੂ ਨੂੰ ਸਨਮੁਖ ਰੱਖਿਆ। ਮੈਂ ਸਮਝਦੀ ਹਾਂ ਕਿ ਅੱਜ ਸਰੀਰਕ ਤੌਰ ਉੱਤੇ ਭਾਵੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੀ ਜਾਨ ਦਾ ਵਿਛੋੜਾ ਹੈ, ਪਰ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰ ਉਪਕਾਰੀ ਆਈ। ਅਕਸਰ ਸੰਸਾਰ ਨੂੰ ਇਸ ਸਰੀਰ ਨੇ ਛੱਡ ਕੇ ਚਲੇ ਜਾਣਾ ਹੈ, ਤੇ ਅਸੀਂ ਸਾਰਿਆਂ ਨੇ ਜੋ ਉਹਨਾਂ ਨੇ ਕਾਲਨਾ ਕਾਲੀ ਹੈ, ਜੋ ਉਹਨਾਂ ਨੇ ਪੰਥ ਵਾਸਤੇ ਬਹੁਤ ਵੱਡੀਆਂ ਆਸ਼ੀਰਵਾਦਾਂ ਦਿੱਤੀਆਂ, ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਆਓ ਸਾਰੇ ਉਹਨਾਂ ਦੀਆਂ ਦਿੱਤੀਆਂ ਅਸੀਸਾਂ ਸਦਕਾ ਸ਼ਬਦ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਔਰ ਸਦਾ ਚੜ੍ਹਦੀ ਕਲਾ ਵਿੱਚ ਰਹੀਏ। ਜਿਸ ਤਰ੍ਹਾਂ ਉਹਨਾਂ ਨੇ ਬੇਪਰਵਾਹ ਜ਼ਿੰਦਗੀ ਜੀ ਹੈ, ਜਿਵੇਂ ਸਾਦਗੀ ਦੀ ਜ਼ਿੰਦਗੀ ਜੀ ਹੈ, ਅਸੀਂ ਵੀ ਉਸੇ ਤਰ੍ਹਾਂ ਪੰਥਕ ਤੌਰ ਦੇ ਉੱਤੇ ਮਜ਼ਬੂਤ ਹੋਈਏ, ਔਰ ਜ਼ਿੰਦਗੀ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਛੱਡ ਕੇ ਗੁਰੂ ਨੂੰ ਸਮਰਪਿਤ ਹੋਈਏ। ਲੁਧਿਆਣਾ ਦੇ ਇੱਕ ਆਟੋ ਰਿਕਸ਼ਾ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ 30 ਸਾਲ ਦੀ ਵਿਆਹੁਤਾ ਨਾਲ ਬਲਾਤਕਾਰ ਕੀਤਾ ਸੀ। ਲੁਧਿਆਣਾ ਪੁਲਿਸ ਨੇ 300 CCTV ਫੁਟੇਜ ਦੀ ਖੰਗਾਲ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਦੱਸਦੇ ਕਿ 30 ਸਾਲਾ ਵਿਆਹੁਤਾ ਮਹਿਲਾ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਆਪਣੇ ਸਹੁਰੇ ਤੋਂ ਪੇਕੇ ਘਰ ਜਾ ਰਹੀ ਸੀ, ਪਰ ਰਸਤੇ ਵਿੱਚ ਇੱਕ ਆਟੋ ਡਰਾਈਵਰ ਨੇ ਝਾਂਸਾ ਦੇ ਕੇ ਆਪਣੇ ਦੋਸਤ ਦੇ ਘਰ ਲਿਜਾ ਕੇ ਬਲਾਤਕਾਰ ਕੀਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਰਾਜਾ ਸਾਂਸੀ ਪੁਲਿਸ ਨੇ ਇੱਕ ਵਿਅਕਤੀ ਨੂੰ 1.5 ਕਿਲੋ ਅਫੀਮ ਦੇ ਨਾਲ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਫੀਮ ਦੇ ਨਾਲ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮੇਜਰ ਸਿੰਘ ਵਜੋਂ ਹੋਈ ਹੈ। ਇਸ ਸੰਬੰਧੀ ਅੱਜ ਥਾਣਾ ਰਾਜਾ ਸਾਂਸੀ ਦੇ SHO ਨੇ ਕਿਹਾ ਹੈ ਕਿ ਰਾਜਾ ਸਾਂਸੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ 1.5 ਕਿਲੋ ਅਫੀਮ ਬਰਾਮਦ ਹੋਈ ਹੈ, ਜਿਸ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਾਰੀ ਹੈ। ਫਿਲਹਾਲ ਖਬਰਾਂ ਵਿੱਚ ਇੰਨਾ ਹੀ। ਆਓ ਫਿਰ ਜਾਂਦੇ ਇੱਕ ਨਜ਼ਰ ਮਾਰਦੇ ਹਾਂ ਭਾਰਤ ਦੇ ਮੌਸਮ ਦੇ ਹਾਲ ਤੇ। ਰਿਪੋਰਟ ਪਾਵਰਡ ਬਾਈ ਈਜ਼ੀ।